हाँ जी बच्चों, वेलकम है तुहाडा BSc पार्ट 2 नॉन मैडिकल ਅਤੇ BA2 मैथमैटिक्स के स्टूडेंट्स। ਆਪਾਂ ने लीनियर प्रोग्रामिंग प्रॉब्लम की बुक स्टार्ट की हुई आ। ਇਹਦਾ फस्ट चैप्टर थ्योरी का ਸੀਗਾ, ਆਪਾਂ ਨੇ ਉਹਦੇ ਵਿੱਚੋਂ ਮੇਨ ਕੰਮ ਕੀਤਾ। मीनिंग, डेफिनेशन, कंसैप्ट, एप्लीकेशन की ने, ਇਹਦੀਆਂ ब्रांचेस कित्थे कित्थे काम आउंदी आ, किवें यूजफुल है। उस तो बाद जिहड़ा इस बुक का सैकेंड चैप्टर आ मेन आपां वो शुरू करन जा रहे हैं, ग्राफिकल मैथड। ਇਹਦੇ ਵਿੱਚੋਂ डेफिनेटली एक क्वेश्चन तो डेफिनेटली आएगा ही आएगा तुहानूं फाइनल एग्जाम दे विच। और ये बुक बारे मैं तुहानूं दसदा, ये बुक बहुत ज़्यादा स्कोरिंग बुक है। ये समझ लो जे 40 का पेपर है, 40 नंबर का, तो 35 के अराउंड तुसीं सारे ही लै जाओगे। पढ़न वाले विद्यार्थी भी, घट पढ़न वाले विद्यार्थी भी, जिहड़े इस चीज़ नूं समझ लैणगे। बाकी सबजैक्ट्स के मुकाबले नहीं मैं कहता, जिवें मान लो ये तुहाडी एनालिसिस की बुक आ, ओबवियसली उहदे विच जिहड़े इंटैलीजेंट ने जां जिहड़े ज़्यादा बारीकी नाल सारी चीज़ नूं समझ के चलणगे, उन्हां दे पूरे फुल मार्क्स आउणगे। जिहड़े विद्यार्थी घट पढ़न वाले ने, होमवर्क घट करदे आ, उन्हां दे उस बुक चों मार्क्स घट रह जांदे ने। ਇਹਦੇ ਤੇ ਤੁਸੀਂ ਘੱਟ ਟਾਈਮ ਦੇ ਵਿੱਚ ਮਿਹਨਤ ਕਰਕੇ ਵਧੀਆ ਰਿਜ਼ਲਟ ਲੈ ਸਕਦੇ ਹੋ। ਮੈਂ ਗਾਰੰਟੀ ਦਿੰਦਾ ਵੀ ਸਾਰੇ ਵਿਦਿਆਰਥੀ ਜਿਹੜੇ ਕਲਾਸਾਂ ਅਟੈਂਡ ਕਰਨਗੇ ਸਮਝਣਗੇ 30 ਤੋਂ ਘੱਟ ਕਿਸੇ ਦੇ ਨੰਬਰ ਨਹੀਂ ਆਣਗੇ ਇਹਦੇ ਵਿੱਚੋਂ ਆਊਟ ਆਫ 40। ਬਹੁਤ ਸਕੋਰਿੰਗ ਬੁੱਕ ਆ, ਗੈਸ ਬਹੁਤ ਲੱਗਦਾ। ਗੈਸ ਕਹਿਣ ਦਾ ਮਤਲਬ ਕੀ ਹੈ, ਸਿੱਧੇ ਸਿੱਧੇ ਏ ਸੈਕਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸ ਦੂੰਗਾ ਵੀ ਇਸ ਚੈਪਟਰ 'ਚ ਇੱਕ ਕੁਐਸਚਨ ਲਾਜ਼ਮੀ ਆਏਗਾ। ਬੀ ਸੈਕਸ਼ਨ ਦੇ ਵਿੱਚ ਦੋ ਹੀ ਚੈਪਟਰ ਨੇ, ਅਸਾਈਨਮੈਂਟ ਪ੍ਰੋਬਲਮ, ਟਰਾਂਸਪੋਰਟੇਸ਼ਨ ਪ੍ਰੋਬਲਮ। ਦੋਨਾਂ ਦੇ ਵਿੱਚੋਂ ਇੱਕ ਇੱਕ ਲੌਂਗ ਆਨਸਰ ਦਾ ਕੁਐਸਚਨ 6-6 ਨੰਬਰ ਦਾ ਲਾਜ਼ਮੀ ਆਉਂਦਾ। ਉਹਨਾਂ ਦੇ 3-3 4-4 ਕੇਸਿਸ ਨੇ। ਆਪਾਂ 4 ਦਿਨ ਦੇ ਵਿੱਚ ਬੀ ਸੈਕਸ਼ਨ ਕਵਰ ਅਪ ਕਰ ਸਕਦੇ ਆ। ਮੇਰੀ ਗੱਲ ਸੁਣੋ, 4 ਦਿਨ ਦੇ ਵਿੱਚ 2 ਦਿਨ ਟਰਾਂਸਪੋਰਟੇਸ਼ਨ ਪ੍ਰੋਬਲਮ ਦੇ ਉੱਪਰ, 2 ਦਿਨ ਆਪਾਂ ਦੋ ਲੈਕਚਰ ਆਪਾਂ ਲਗਾਵਾਂਗੇ ਅਸਾਈਨਮੈਂਟ ਪ੍ਰੋਬਲਮ ਦੇ ਵਿੱਚ। ਤੁਸੀਂ 4 ਜਾਂ ਹਾਰਡਲੀ 5 ਲੈਕਚਰ ਦੇ ਵਿੱਚ ਪੂਰਾ ਬੀ ਸੈਕਸ਼ਨ ਕਵਰ ਅਪ ਕਰ ਸਕਦੇ ਹੋ। ਔਰ ਬੀ ਸੈਕਸ਼ਨ ਦੇ ਤੁਹਾਡੇ 4 ਲੌਂਗ ਆਨਸਰ ਦੇ ਕੁਐਸਚਨ ਆਉਣਗੇ ਤੁਹਾਨੂੰ ਫਾਈਨਲ ਐਗਜ਼ਾਮ ਦੇ ਵਿੱਚੋਂ। ਜੇ ਤੁਸੀਂ ਚੰਗੇ ਤਰੀਕੇ ਨਾਲ ਪੜ੍ਹ ਗਏ ਤਾਂ 4 ਦੇ 4 ਵੀ ਤੁਹਾਨੂੰ ਆ ਸਕਦੇ ਆ, ਨਹੀਂ 3 ਤਾਂ ਲਾਜ਼ਮੀ ਆਉਂਦੇ ਹੋਣਗੇ, ਤੁਸੀਂ ਕੋਈ 2 ਕਰਨੇ ਆ। ਮੈਂ ਤੁਹਾਨੂੰ ਗਰੰਟੀ ਦਿੰਦਾ ਵੀ 4 ਦੇ ਵਿੱਚੋਂ ਕੋਈ 3 ਤੁਹਾਨੂੰ ਸਮਝ ਅੱਛੇ ਤਰੀਕੇ ਨਾਲ ਆਏ ਹੋਣਗੇ। ਤੁਸੀਂ ਇਸ ਚੀਜ਼ 'ਚ ਕਨਫਿਊਜ਼ ਹੋਵੋਗੇ ਮੈਂ ਕਿਹੜਾ ਕਰਾਂ, ਜੇ ਸਮਝ ਕੇ ਚੱਲੋਗੇ। ਸੋ ਆਪਾਂ ਗ੍ਰਾਫਿਕਲ ਮੈਥਡ ਦਾ ਕੰਮ ਸਟਾਰਟ ਕਰਨ ਲੱਗ ਰਹੇ ਹਾਂ। ਦੇਖੋ ਕੀ ਕਿਹਾ ਗਿਆ, ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮਸ ਇਨਵੋਲਵਿੰਗ 2 decision variables can be solved by graphical method. This method also provides an insight into the concepts of simplex method, a powerful and effective method to solve the linear programming problems involving any number of decision variables. However, we will deal with the graphical method only in this chapter. ਇਹਦੇ ਵਿੱਚ ਕੀ ਕਿਹਾ ਹੋਇਆ ਇਸ 3-4 ਲਾਈਨ ਦੇ ਵਿੱਚ ਕਿ ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮਸ ਦੀਆਂ ਉਹ ਪ੍ਰੋਬਲਮਸ ਜਿਨ੍ਹਾਂ ਦੇ ਵਿੱਚ ਡਿਸੀਜਨ ਵੇਰੀਏਬਲ 2 ਨੇ, x1 x2 ਜਾਂ xy, 2 ਵੇਰੀਏਬਲਸ ਨੇ, ਉਹਨਾਂ ਨੂੰ ਆਪਾਂ ਗ੍ਰਾਫਿਕਲ ਮੈਥਡ ਨਾਲ ਸੋਲਵ ਕਰ ਲਾਂਗੇ। ਇਹ ਤੋਂ ਬਾਅਦ ਆਪਣੇ ਕੋਲੇ ਸਿੰਪਲੈਕਸ ਮੈਥਡ, ਬਿਗ ਐਮ ਮੈਥਡ, ਟੂ ਫੇਸ ਮੈਥਡ ਵਗੈਰਾ ਹੋਣਗੇ ਜਿਨ੍ਹਾਂ ਦੇ ਵਿੱਚ ਐਨੀ ਨੰਬਰ ਆਫ ਡਿਸੀਜਨ ਵੇਰੀਏਬਲਸ ਹੋਊਗਾ। ਤੁਸੀਂ 5, 10, 6, 7, 3, 4 ਕੋਈ ਵੀ ਡਿਸੀਜਨ ਵੇਰੀਏਬਲ ਆ ਗਏ, ਉਹਨਾਂ ਦੇ ਲਈ ਤੁਸੀਂ ਸਿੰਪਲੈਕਸ ਮੈਥਡ, ਹੋਰ ਮੈਥਡ ਨੇ ਉਹ ਲਗਾ ਸਕਦੇ ਹੋ। ਪਰ ਜਿਨ੍ਹਾਂ ਦੇ ਵਿੱਚ ਸਿਰਫ 2 ਵੇਰੀਏਬਲਸ ਨੇ, ਉਹਨਾਂ ਨੂੰ ਬਹੁਤ ਸੌਖੇ ਢੰਗ ਨਾਲ ਆਪਾਂ ਗ੍ਰਾਫਿਕਲ ਮੈਥਡ 'ਚ ਸੋਲਵ ਕਰ ਸਕਦੇ ਹਾਂ। ਗ੍ਰਾਫਿਕਲ ਮੈਥਡ ਹੈ ਕੀ ਚੀਜ਼? ਟੂ ਯੂਜ਼ ਦਾ ਗ੍ਰਾਫਿਕਲ ਮੈਥਡ ਸੋਲਵਿੰਗ ਕਿਸੇ ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ ਨੂੰ ਗ੍ਰਾਫਿਕਲ ਮੈਥਡ ਨਾਲ ਸੋਲਵ ਕਰਨ ਦੇ ਲਈ ਕੁਝ ਕੁ ਸਟੈਪਸ ਦਾ ਧਿਆਨ ਰੱਖਣਾ, ਜਿਹੜੇ ਸਟੈਪਸ ਰਿਕੁਆਇਰਡ ਨੇ। ਐਗਜ਼ਿਊਮ ਕਹਿ ਦਿੰਦੇ ਹੁੰਦੇ ਆਪਾਂ, AXIOM। ਕਿਸੇ ਮੈਥਡ ਨੂੰ ਲਗਾਉਣ ਦੇ ਲਈ ਬੇਸਿਕ ਸ਼ਰਤਾਂ ਕੀ ਨੇ, ਬੇਸਿਕ ਅਜ਼ੰਪਸ਼ਨਸ ਕੀ ਨੇ, ਉਹਨਾਂ ਨੂੰ ਆਪਾਂ ਐਗਜ਼ਿਊਮਸ ਕਹਿ ਦਿੰਦੇ ਆ। ਸੋ ਸਟੈਪ ਨੰਬਰ 1 ਤੇ ਕੀ ਕਰਨਾ, ਆਪਾਂ ਨੇ ਕੁਝ ਕੁ ਸਟੈਪਸ ਦਾ ਧਿਆਨ ਰੱਖਣਾ। ਸਟੈਪ ਨੰਬਰ 1 ਤੇ ਕੀ ਕਰਨਾ, ਕੰਸੀਡਰ ਈਚ ਇਨਇਕੁਐਲਿਟੀ ਕੰਸਟ੍ਰੇਂਟ ਐਜ਼ ਇਕੁਏਸ਼ਨ। ਸਭ ਤੋਂ ਪਹਿਲਾਂ ਕੀ ਕੰਮ ਕਰਨਾ, ਇਹ ਵਰਕਿੰਗ ਰੂਲ ਆ, ਆਊਟਲਾਈਨ ਆ, ਮੈਂ ਤੁਹਾਨੂੰ ਹੋਰ ਬਰੀਕੀ ਨਾਲ ਸਮਝਾਊਂਗਾ ਚੰਗੇ ਤਰੀਕੇ ਨਾਲ ਜਦੋਂ ਸਮ ਕਰਾਂਗੇ। ਸੋ ਸਭ ਤੋਂ ਪਹਿਲਾ ਸਟੈਪ ਕੀ ਆ, ਤੁਹਾਡੇ ਕੋਲੇ ਜਿਹੜੀ ਵੀ ਇਨਇਕੁਐਲਿਟੀ ਆ, ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਦੱਸਿਆ ਸੀ ਕਿ ਇਕੁਅਲ ਜਦੋਂ ਵਿਚਾਲੇ ਪਾਇਆ ਹੁੰਦਾ ਉਦੋਂ ਆਪਾਂ ਇਕੁਏਸ਼ਨ ਬੋਲਦੇ ਹਾਂ। ਜਦੋਂ ਲੈਸ ਦੈਨ ਦਾ ਜਾਂ ਗ੍ਰੇਟਰ ਦੈਨ ਇਕੁਅਲ ਦਾ ਸਿੰਬਲ ਆ ਜਾਂਦਾ, ਜਾਂ ਸਟ੍ਰਿਕਟਲੀ ਗ੍ਰੇਟਰ ਦੈਨ, ਸਟ੍ਰਿਕਟਲੀ ਲੈਸ ਦੈਨ ਦਾ ਸਿੰਬਲ ਆ ਜਾਂਦਾ, ਉਦੋਂ ਉਹਨੂੰ ਇਕੁਏਸ਼ਨ ਨਹੀਂ, ਉਦੋਂ ਉਹਨੂੰ ਇਨ ਇਕੁਏਸ਼ਨ, IN ਦੇ ਨਾਲ ਇਨ ਇਕੁਏਸ਼ਨ ਜਾਂ ਇਨ ਇਕੁਐਲਿਟੀ ਬੋਲਿਆ ਜਾਂਦਾ, ਕਿ ਇਕੁਐਲਿਟੀ ਨਹੀਂ ਹੈਗੀ, ਇਨ ਇਕੁਐਲਿਟੀ ਆ। ਸੋ ਜਿਹੜੀ ਵੀ ਇਨਇਕੁਐਲਿਟੀ ਆ ਉਹਨੂੰ ਆਪਾਂ ਨੇ ਇਕੁਅਲ ਦੀ ਕੰਸਟ੍ਰੇਂਟ ਮੰਨ ਲੈਣਾ, ਵਿਚਾਲੇ ਆਪਦੇ ਕੋਲੋਂ ਇਕੁਅਲ ਮੰਨ ਲੈਣਾ। ग्रेटर दैन आ तां भी इक्वल, ग्रेटर दैन इक्वल टू आ तां भी इक्वल, लैस दैन आ तां भी इक्वल, लैस दैन इक्वल टू आ तां भी इक्वल। जे इक्वल है तो इक्वल ही पै रहना। सब तो पहला स्टैप। दूजे नंबर ते प्लॉट ए ग्राफ शोइंग ऑल कंस्ट्रेंट्स ऑफ द प्रॉब्लम। हुण ग्राफ नूं प्लॉट करना, एक स्ट्रेट लाइन बन जाऊगी।
ਜਿਹੜੀ ਵੀ ਇਕੁਏਸ਼ਨ ਆ ਇੱਕ ਸਟ੍ਰੇਟ ਲਾਈਨ ਬਣ ਜੂਗੀ। ਸਟ੍ਰੇਟ ਲਾਈਨ ਨੂੰ ਗ੍ਰਾਫ ਤੇ ਪਲਾਟ ਕਰਨ ਦੇ ਕੀ ਪੁਆਇੰਟ ਹੁੰਦੇ ਨੇ? 10th ਕਲਾਸ ਦੇ ਵਿੱਚ ਆਪਣੇ ਕੋਲੇ ਪਹਿਲਾ ਚੈਪਟਰ ਹੁੰਦਾ ਸੀਗਾ ਗ੍ਰਾਫ ਵਾਲਾ। ਆਪਾਂ ਸਟ੍ਰੇਟ ਲਾਈਨ ਦੇ ਉੱਤੇ ਕੁਝ ਕੁ ਪੁਆਇੰਟ ਮੰਨ ਲੈਂਦੇ ਸੀ ਕਿ x ਨੂੰ 0 ਭਰੇ ਤੇ y ਕਿੰਨਾ ਆਉਂਦਾ, y ਨੂੰ 0 ਭਰੇ ਤੇ x ਕਿੰਨਾ ਆਉਂਦਾ। ਫਿਰ ਉਹਨਾਂ ਦੇ ਅਨਦਰ ਪੁਆਇੰਟ ਕੱਢ ਲੈਂਦੇ ਹੁੰਦੇ ਸੀ ਵੀ x ਨੂੰ 1 ਭਰਨ ਤੇ y ਕਿੰਨਾ ਆਉਂਦਾ। ਥੋੜੇ ਜਿਹੇ ਪੁਆਇੰਟਸ ਦੀ ਹੈਲਪ ਦੇ ਨਾਲ ਆਪਾਂ ਸਟ੍ਰੇਟ ਲਾਈਨ ਨੂੰ ਡਰਾ ਕਰ ਲਾਂਗੇ, ਕਿੱਥੋਂ ਕਿੱਥੋਂ ਦੀ ਪਾਸ ਕਰਦੀ ਆ, ਕਿਹੜੀ ਕਿਹੜੀਆਂ ਐਕਸਿਸ ਦੇ ਵਿੱਚੋਂ ਦੀ ਪਾਸ ਕਰਦੀ ਆ। ਐਸੇ ਤਰੀਕੇ ਨਾਲ ਦੂਜੀ ਕੰਸਟ੍ਰੇਂਟ ਨੂੰ, ਦੂਜੀ ਇਕੁਏਸ਼ਨ ਨੂੰ ਡਰਾ ਕਰ ਲਾਂਗੇ। ਐਸੇ ਤਰੀਕੇ ਨਾਲ ਤੀਜੀ ਨੂੰ, ਜਿੰਨੀਆਂ ਵੀ ਇਕੁਏਸ਼ਨ ਨੇ ਉਹਨਾਂ ਨੂੰ ਡਰਾ ਕਰ ਲਾਂਗੇ। ਸੋ ਇਹ ਕੀ ਕਹਿ ਰਿਹਾ, ਉਹਨਾਂ ਚੀਜ਼ਾਂ ਨੂੰ ਪਲਾਟ ਕਰੋ। ਆਈਡੈਂਟੀਫਾਈ ਦਾ ਫਿਜ਼ੀਬਲ ਰੀਜਨ ਵਿਚ ਇਜ਼ ਦਾ ਇੰਟਰਸੈਕਸ਼ਨ ਆਫ ਆਲ ਦਾ ਰੀਜਨਸ। ਹੁਣ ਆਪਾਂ ਨੇ ਆਈਡੈਂਟੀਫਾਈ ਕਰਨਾ ਵੀ ਤਿੰਨੋਂ ਇਕੁਏਸ਼ਨ ਦਾ ਕਾਮਨ ਏਰੀਆ ਕਿਹੜਾ। ਕਾਮਨ ਏਰੀਆ ਕਹਿਣ ਦਾ ਮਤਲਬ ਕੀ ਆ, ਹੁਣ ਮੰਨ ਲਓ ਮੈਂ ਇਦਾਂ ਡਰਾ ਕਰ ਲਿਆ, ਇੱਕ ਲਾਈਨ ਮੇਰੀ ਆ ਜਾ ਰਹੀ ਹੈ, ਇੱਥੋਂ ਦੀ ਪਾਸ ਕਰ ਰਹੀ ਆ, ਇਹ ਲਾਈਨ 1 ਆ। ਇੱਕ ਲਾਈਨ ਮੇਰੀ ਇਦਾਂ ਜਾ ਰਹੀ ਹੈ, ਇਹ ਲਾਈਨ 2 ਆ। ਮੰਨ ਲਓ ਦੋਨਾਂ ਦਾ ਹੀ ਲੈਸ ਦੈਨ ਇਕੁਅਲ ਟੂ ਦਾ ਏਰੀਆ ਕਿਹਾ ਗਿਆ। ਹੁਣ ਪਹਿਲੀ ਲਾਈਨ ਆ ਕਿਹੜਾ ਏਰੀਆ ਦੇ ਰਹੀ ਹੈ? ਇਹ ਤੋਂ ਨੀਚੇ ਵਾਲਾ ਸਾਰਾ। ਜੇ L1 ਵੀ ਲੈਸ ਦੈਨ ਇਕੁਅਲ ਟੂ ਦੀ ਆ, L2 ਵੀ ਲੈਸ ਦੈਨ ਇਕੁਅਲ ਟੂ ਦੀ ਆ, ਤਾਂ ਕਾਮਨ ਏਰੀਆ ਕਿਹੜਾ ਹੋਊਗਾ? ਧਿਆਨ ਨਾਲ, ਇਹ ਤਾਂ ਜਸਟ ਆਪਾਂ ਕੋਈ ਐਗਜ਼ਾਮਪਲ ਲਈ ਆ। ਇਹ ਲਾਈਨ ਇਹ ਤੋਂ ਨੀਚੇ ਵਾਲਾ ਏਰੀਆ ਕਹਿ ਰਹੀ ਹੈ, ਇਹ ਲਾਈਨ ਕਹਿੰਦੀ ਆ ਆਹ ਪੋਰਸ਼ਨ ਵੀ ਆਊਗਾ, ਆਹ ਪੋਰਸ਼ਨ ਵੀ ਆਊਗਾ, ਆਹ ਪੋਰਸ਼ਨ ਵੀ ਆਊਗਾ, ਆਹ ਪੋਰਸ਼ਨ ਵੀ ਆਊਗਾ, ਆ ਵੀ ਆਊਗਾ, ਆ ਵੀ ਆਊਗਾ। ਠੀਕ ਹੈ, ਪਹਿਲੀ ਲਾਈਨ ਇਹ ਦੱਸ ਰਹੀ ਆ। ਹੁਣ ਦੂਸਰੀ ਲਾਈਨ ਕਿਹੜੀ ਕਹਿ ਰਹੀ ਆ? ਦੂਸਰੀ ਲਾਈਨ ਨੇ ਆਹ ਏਰੀਆ ਬੰਦ ਕਰਤਾ, ਇਹ ਵੀ ਨਹੀਂ ਆਉਣਾ, ਆ ਵੀ ਨਹੀਂ ਆਉਣਾ, ਆ ਵੀ ਆਊਗਾ, 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 ਆ ਵੀ ਆਊਗਾ। ਪਰ ਦੋਨਾਂ ਦਾ ਕਾਮਨ ਏਰੀਆ ਕਿਹੜਾ ਹੋ ਗਿਆ? ਜੇ ਪੋਜ਼ਿਟਿਵ ਕੁਆਡਰੈਂਟ 'ਚ ਰਹਿਣਾ ਤਾਂ ਆਹ ਵਾਲਾ। ਇਹਨੂੰ ਆਪਾਂ ਕਾਮਨ ਫਿਜ਼ੀਬਲ ਰੀਜਨ ਬੋਲਾਂਗੇ। ਇਹ +2 ਚ ਤੁਸੀਂ ਸਮ ਕਰੇ ਹੋਏ ਨੇ, ਥੋੜੇ ਜਿਹੇ ਆਪਾਂ ਇੰਪਰੂਵਡ ਵੇ ਨਾਲ ਕਰ ਰਹੇ ਆ। ਸੋ ਕਾਮਨ ਏਰੀਆ ਡਰਾ ਕਰ ਲੈਣਾ ਆਪਾਂ ਨੇ ਦੋਨੋਂ ਲਾਈਨਸ ਦਾ। ਉਹਨੂੰ ਆਪਾਂ ਕੀ ਬੋਲਿਆ ਕਰਾਂਗੇ? ਫਿਜ਼ੀਬਲ ਰੀਜਨ, ਕਾਮਨ ਫਿਜ਼ੀਬਲ ਰੀਜਨ। ਜੇ ਕਾਮਨ ਫਿਜ਼ੀਬਲ ਰੀਜਨ ਆ ਰਿਹਾ, ਪਹਿਲੀ ਗੱਲ ਤਾਂ ਜੇ ਕਾਮਨ ਆ ਰਿਹਾ ਤਾਂ ਫਿਜ਼ੀਬਲ ਰੀਜਨ ਬੋਲਾਂਗੇ, ਕਾਮਨ ਫਿਜ਼ੀਬਲ ਰੀਜਨ CFS। ਜੇ ਉਹ ਐਦਾਂ ਬਾਉਂਡਡ ਹੈ, ਕਵਰਡ ਹੈ ਸਾਰੇ ਪਾਸਿਆਂ ਤੋਂ, ਫਿਰ ਆਪਾਂ ਬੋਲਿਆ ਕਰਾਂਗੇ ਬਾਉਂਡਡ ਫਿਜ਼ੀਬਲ ਰੀਜਨ, ਬਾਉਂਡਡ ਕਾਮਨ ਬਾਉਂਡਡ ਫਿਜ਼ੀਬਲ ਰੀਜਨ। ਜੇ ਕਾਮਨ ਏਰੀਆ ਤਾਂ ਆ ਰਿਹਾ ਪਰ ਉਹਦੀਆਂ ਲਿਮਿਟਸ ਨਹੀਂ ਹੈਗੀਆਂ, ਮੰਨ ਲਓ ਗ੍ਰੇਟਰ ਦੈਨ ਇਕੁਅਲ ਟੂ ਦੀ ਸੀਗੀ, ਦੋਨੇ ਇਕੁਏਸ਼ਨਾਂ ਗ੍ਰੇਟਰ ਦੈਨ ਇਕੁਅਲ ਟੂ ਦੀਆਂ ਸੀ, ਤਾਂ ਉੱਪਰ ਨੂੰ ਬਹੁਤ ਸਾਰਾ ਏਰੀਆ ਪਿਆ, ਆਪਾਂ ਨੂੰ ਪਤਾ ਹੀ ਲੱਗ ਰਿਹਾ ਕਿੱਥੇ ਤੱਕ ਚੱਲ ਰਿਹਾ। ਫਿਰ ਆਪਾਂ ਬੋਲਾਂਗੇ ਅਨਬਾਉਂਡਡ ਫਿਜ਼ੀਬਲ ਰੀਜਨ। ਜੇ ਕਾਮਨ ਆ ਰਿਹਾ ਤਾਂ ਫਿਜ਼ੀਬਲ ਸ਼ਬਦ ਵਰਤਣਾ, ਬਾਉਂਡਡ ਆ ਰਿਹਾ ਤਾਂ ਬਾਉਂਡਡ ਕਹਿਣਾ, ਜੇ ਅਨਬਾਉਂਡਡ ਆ ਰਿਹਾ ਤਾਂ ਆਪਾਂ ਅਨਬਾਉਂਡਡ ਕਹਾਂਗੇ। ਕਈ ਸਮੇਂ ਇਹੋ ਜਿਹੇ ਹੋਣਗੇ ਜਿਨ੍ਹਾਂ 'ਚ ਕਾਮਨ ਏਰੀਆ ਨਹੀਂ ਆਊਗਾ, ਪਹਿਲੀ ਲਾਈਨ ਕਿਤੇ ਹੋਰ ਦੇ ਰਹੀ ਆ, ਦੂਜੀ ਲਾਈਨ ਕਿਤੋਂ ਹੋਰ ਦੇ ਰਹੀ ਆ, ਉਹਦੇ ਲਈ ਕੀ ਆਪਾਂ ਬੋਲਾਂਗੇ? ਸੋਲਿਊਸ਼ਨ ਡਜ਼ ਨਾਟ ਐਗਜ਼ਿਸਟ। ਕਿ ਇਹਦਾ ਸੋਲਿਊਸ਼ਨ ਨਹੀਂ ਸੋਲਵ ਹੋ ਸਕਦਾ, ਸੋਲਿਊਸ਼ਨ ਡਜ਼ ਨਾਟ ਐਗਜ਼ਿਸਟ। ਜਦੋਂ ਆਪਾਂ ਐਗਜ਼ਾਮਪਲਸ ਕਰਾਂਗੇ ਉਦੋਂ ਮੈਂ ਦੁਬਾਰਾ ਬਾਰੀਕੀ ਨਾਲ ਦੱਸੂਗਾ, ਹਾਲੇ ਤਾਂ ਜਸਟ ਆਊਟਲਾਈਨ ਦੇ ਰਿਹਾ ਮੈਂ, ਵਰਕਿੰਗ ਰੂਲ ਸਮਝਾ ਰਿਹਾ ਕੰਮ ਕਰਨਾ ਕੀ ਹੈ। ਸੋ ਸਟੈਪ 3 ਦੇ ਵਿੱਚ ਆਪਾਂ ਨੇ ਜਿਹੜਾ ਕਾਮਨ ਫਿਜ਼ੀਬਲ ਰੀਜਨ ਉਹਨੂੰ ਡਰਾ ਕਰਤਾ। ਸਟੈਪ 4 ਦੇ ਵਿੱਚ ਕੀ ਆ ਗਿਆ? ਦਾ ਫਿਜ਼ੀਬਲ ਰੀਜਨ ਜਾਂ ਸੋਲਿਊਸ਼ਨ ਸਪੇਸ। ਫਿਜ਼ੀਬਲ ਰੀਜਨ ਕਹਿ ਲਓ ਜਾਂ ਸੋਲਿਊਸ਼ਨ ਦਾ ਸਪੇਸ ਕਹਿ ਲਓ, ਕਿ ਸੋਲਿਊਸ਼ਨ ਕਿੰਨੇ ਕੁ ਏਰੀਏ ਜਿਹਦੇ ਵਿੱਚ ਪਲਾਟ ਕੀਤਾ ਹੋਇਆ ਆ। ਮੇ ਬੀ ਬਾਉਂਡਡ ਔਰ ਅਨਬਾਉਂਡਡ। ਇਹ ਮੈਂ ਤੁਹਾਨੂੰ ਦੱਸ ਦਿੱਤਾ ਕਿ ਸੋਲਿਊਸ਼ਨ ਸਪੇਸ ਜਾਂ ਕਾਮਨ ਫਿਜ਼ੀਬਲ ਰੀਜਨ ਬਾਉਂਡਡ ਵੀ ਹੋ ਸਕਦਾ, ਅਨਬਾਉਂਡਡ ਵੀ ਹੋ ਸਕਦਾ। ਡਿਟਰਮਾਈਨ ਦਾ ਆਰਡੀਨੇਟਸ ਆਫ ਦਾ ਆਲ ਦਾ ਕਾਰਨਰ ਪੁਆਇੰਟਸ ਆਫ ਦਾ ਫਿਜ਼ੀਬਲ ਰੀਜਨ। ਹੁਣ ਜਿਹੜਾ ਫਿਜ਼ੀਬਲ ਰੀਜਨ ਆਇਆ ਸੀ, ਜਿਵੇਂ ਇੱਥੇ ਆਪਾਂ ਨੇ ਪਲਾਟ ਜਿਹਾ ਕਰ ਲਿਆ ਸੀ, ਜਿਹੜਾ ਕਾਮਨ ਫਿਜ਼ੀਬਲ ਰੀਜਨ ਆਉਂਦਾ ਉਹਦੇ ਸਾਰੇ ਕਾਰਨਰ ਪੁਆਇੰਟਸ ਨੂੰ ਆਈਡੈਂਟੀਫਾਈ ਕਰੋ। ਕਾਰਨਰ ਪੁਆਇੰਟ ਕਿਹੜੇ ਨੇ? ਪਹਿਲਾ ਕਾਮਨ ਪੁਆਇੰਟ ਆ, ਉੱਥੇ x ਦੀ ਵੈਲਿਊ ਕਿੰਨੀ ਆ, y ਦੀ ਵੈਲਿਊ ਕਿੰਨੀ ਆ। ਦੂਜਾ ਕਾਮਨ ਪੁਆਇੰਟ ਕਿੰਨਾ, ਤੀਜਾ ਕਾਮਨ ਪੁਆਇੰਟ ਕਿੰਨਾ, ਚੌਥਾ ਕਾਮਨ ਪੁਆਇੰਟ ਕਿੰਨਾ। ਕਾਮਨ ਫਿਜ਼ੀਬਲ ਰੀਜਨ ਦੇ ਸਾਰੇ ਕਾਰਨਰ ਪੁਆਇੰਟਸ ਨੂੰ, ਜਿੱਥੋਂ ਜਿੱਥੋਂ ਵੀ ਉਹ ਬਾਉਂਡਡ ਹੈ, ਉਹਨਾਂ ਪੁਆਇੰਟਸ ਨੂੰ ਆਰਡੀਨੇਟਸ ਬੋਲਾਂਗੇ। ਵੈਸੇ ਤਾਂ ਕੋਆਰਡੀਨੇਟਸ ਕਹਿੰਦੇ ਹੁੰਦੇ ਆ, x ਅਤੇ y ਦੀ ਵੈਲਿਊ। ਉਹਨਾਂ ਸਾਰੇ ਕੋਆਰਡੀਨੇਟਸ ਨੂੰ ਆਈਡੈਂਟੀਫਾਈ ਕਰੋ ਵੀ ਕਿੰਨੇ ਕਿੰਨੇ ਆ ਰਹੇ ਨੇ। ਸਟੈਪ ਨੰਬਰ 5 ਤੇ ਕੀ ਆਊਗਾ? ਸਟੈਪ ਨੰਬਰ 5 ਤੇ ਕੀ ਕਰਨਾ? ਫਾਈਂਡ ਦਾ ਮੈਕਸਿਮਮ ਔਰ ਮਿਨੀਮਮ ਵੈਲਿਊਜ਼ ਐਜ਼ ਦਾ ਕੇਸ ਮੇ ਬੀ ਦਾ z ਆਬਜੈਕਟਿਵ ਫੰਕਸ਼ਨ। ਹੁਣ ਜਿਹੜੇ ਆਰਡੀਨੇਟਸ ਕੱਢੇ ਨੇ ਆਪਾਂ ਨੇ, ਕੱਲੇ ਕੱਲੇ ਆਰਡੀਨੇਟ ਨੂੰ ਕਿੱਥੇ ਭਰਨਾ ਆ? ਦਿੱਤੇ ਹੋਏ ਆਬਜੈਕਟਿਵ ਫੰਕਸ਼ਨ 'ਚ। ਹਾਲੇ ਤੱਕ ਆਪਾਂ ਨੇ ਆਬਜੈਕਟਿਵ ਫੰਕਸ਼ਨ ਨੂੰ ਯੂਜ਼ ਨਹੀਂ ਕੀਤਾ। ਪਲਾਟ ਕਿਹਨਾਂ ਨੇ ਕਰਨ ਦੇ ਵਿੱਚ ਹੈਲਪ ਕੀਤੀ ਸੀ? ਇਹਨੇ ਇਕੁਏਸ਼ਨਸ ਨੇ। ਜਿਹੜੀਆਂ ਕੰਸਟ੍ਰੇਂਟਸ ਸੀਗੀਆਂ, ਆਪਾਂ ਕੰਸਟ੍ਰੇਂਟਸ ਨੂੰ ਇਕੁਅਲ ਮੰਨ ਕੇ ਸਟ੍ਰੇਟ ਲਾਈਨਸ ਡਰਾ ਕੀਤੀਆਂ ਸੀ। ਕਿੱਥੋਂ ਕਿੱਥੋਂ ਦੀ ਪਾਸ ਕਰਦੀਆਂ ਸੀ ਉਹ ਲਿਖਿਆ ਸੀ, ਕਾਮਨ ਏਰੀਆ ਲੱਭਿਆ ਸੀਗਾ। ਸੋ ਸਾਰਾ ਕੰਮ ਕਿਹਨਾਂ ਨੇ ਦਿੱਤਾ ਸੀਗਾ ਆਪਾਂ ਨੂੰ? ਕੰਸਟ੍ਰੇਂਟਸ ਨੇ। ਜਿਹੜਾ ਮੇਨ ਆਬਜੈਕਟਿਵ ਫੰਕਸ਼ਨ ਸੀ ਉਹਨੂੰ ਕਿਤੇ ਯੂਜ਼ ਨਹੀਂ ਕੀਤਾ। ਲਾਸਟ ਤੇ ਕੀ ਕਰਨਾ? 5ਵੇਂ ਸਟੈਪ ਤੇ ਜਿਹੜੇ ਆਰਡੀਨੇਟਸ ਆਏ ਨੇ, ਕਾਮਨ ਫਿਜ਼ੀਬਲ ਰੀਜਨ ਦੇ ਕਾਰਨਰ ਪੁਆਇੰਟਸ ਆਏ ਨੇ, ਇਹਨਾਂ ਨੂੰ ਵੈਸੇ ਆਪਾਂ ਕ੍ਰਿਟੀਕਲ ਪੁਆਇੰਟ ਬੋਲਿਆ ਕਰਾਂਗੇ, CRI
TICAL क्रिटिकल पॉइंट्स एग्जाम्पल ਦੇ ਵਿੱਚ ਦੱਸਿਆ ਜਾਊਗਾ। क्रिटिकल पॉइंट्स ਹੋਣਗੇ। ਇਹਨਾਂ क्रिटिकल पॉइंट्स ਨੂੰ ਕਿਹਦੇ ਵਿੱਚ ਭਰ ਕੇ ਦੇਖਣਾ ਵਾਰੀ-ਵਾਰੀ ਟਰਨ ਬਾਈ ਟਰਨ ਆਬਜੈਕਟਿਵ ਫੰਕਸ਼ਨ 'ਚ ਭਰ ਲਿਆ। ਹੁਣ ਤੁਸੀਂ ਸਟੇਟਮੈਂਟ ਦੇ ਅਕੋਰਡਿੰਗ ਜੇ ਸਟੇਟਮੈਂਟ 'ਚ ਆਬਜੈਕਟਿਵ ਫੰਕਸ਼ਨ ਮੈਕਸਿਮਮ ਦਾ ਸੀ ਤਾਂ ਇਹਨਾਂ ਭਰੇ ਹੋਏ ਪੁਆਇੰਟਸ ਦੇ ਵਿੱਚੋਂ ਉਸ ਪੁਆਇੰਟ ਨੂੰ ਆਨਸਰ ਦੇਵਾਂਗੇ ਜਿਹੜਾ ਸਭ ਤੋਂ ਮੈਕਸਿਮਮ ਵੈਲਿਊ ਦਿੰਦਾ। ਜੇ ਪ੍ਰੋਬਲਮ ਮਿਨੀਮਮ ਦੀ ਵੈਲਿਊ ਸੀ ਤਾਂ ਉਸ ਪੁਆਇੰਟ ਨੂੰ ਆਨਸਰ ਲਵਾਂਗੇ ਜਿਹੜਾ ਸਭ ਤੋਂ ਮਿਨੀਮਮ ਵੈਲਿਊ ਦਿੰਦਾ। ਇਦਾਂ ਦਾ ਕੰਮ ਹੈ ਜੀ। ਆਪਾਂ 5-4 ਐਗਜ਼ਾਮਪਲਸ ਕਰਦੇ ਹਾਂ, ਤੁਹਾਡਾ ਪੂਰਾ ਚੈਪਟਰ 2 ਦਿਨ ਦੇ ਵਿੱਚ ਖਤਮ ਹੋ ਜਾਊਗਾ। ਇੱਕ ਸਮ ਲਾਜ਼ਮੀ ਸਟੇਟਮੈਂਟ ਦੇ ਵਿੱਚੋਂ ਆਊਗਾ। ਪਹਿਲਾਂ ਮੈਂ ਕੋਈ ਐਗਜ਼ਾਮਪਲ ਹੀ ਕਰਵਾਉਣਾ, ਥਿਊਰੀ ਵਗੈਰਾ ਆਪਾਂ ਬਾਅਦ ਦੇ ਵਿੱਚ ਡਿਸਕਸ ਕਰ ਲੈਂਦੇ ਹਾਂ ਜਾਂ ਕਰ ਹੀ ਲਈਏ, ਹੁਣੇ ਥਿਊਰੀ ਕਰ ਲਈਏ, ਤੁਸੀਂ ਦੱਸੋ। ਪਹਿਲਾਂ ਐਗਜ਼ਾਮਪਲ ਕਰ ਲਈਏ, ਨਹੀਂ ਪਹਿਲਾਂ ਥਿਊਰੀ ਕਰ ਲੈਂਦੇ ਹਾਂ। ਸਮ ਇੰਪੋਰਟੈਂਟ ਡੈਫੀਨੇਸ਼ਨ ਇੱਕ ਆ ਜੂਗੀ ਸੋਲੂਸ਼ਨ ਸਪੇਸ। ਜਿਹੜੇ ਵੀ n ਵੇਰੀਏਬਲ ਸੀਗੀਆਂ, m ਕੰਸਟ੍ਰੇਂਟ ਸੀਗੀਆਂ ਤਾਂ x1 ਤੋਂ ਲੈ ਕੇ xn ਤੱਕ ਡਿਸੀਜਨ ਵੇਰੀਏਬਲਸ ਹੋ ਗਏ ਸੀਗੇ। s1 ਤੋਂ ਲੈ ਕੇ sm ਤੱਕ ਉਹ ਵੇਰੀਏਬਲਸ ਹੋਣਗੇ ਸੋਲੂਸ਼ਨ ਦੇ ਇਫ ਇਟ ਸੈਟੀਸਫਾਈਜ਼ ਆਲ ਦਾ ਕੰਸਟ੍ਰੇਂਟਸ ਐਕਸੈਪਟ ਦਾ ਨੈਗੇਟਿਵਿਟੀ ਆਫ ਕੰਸਟ੍ਰੇਂਟਸ। ਕੁਝ ਕੁ ਪੁਆਇੰਟਸ ਨੇ ਜਿਹੜੇ ਆਪਾਂ ਲੈਟ ਕਰਾਂਗੇ। ਮੰਨ ਲਓ ਕੰਸਟ੍ਰੇਂਟ ਲੈਸ ਦੈਨ ਇਕੁਅਲ ਟੂ ਦੀ ਸੀਗੀ, ਲੈਫਟ ਹੈਂਡ ਸਾਈਡ ਲੈਸ ਦੈਨ ਇਕੁਅਲ ਟੂ ਰਾਈਟ ਹੈਂਡ ਸਾਈਡ ਦੇ 40। ਇਹਦਾ ਮਤਲਬ ਕੀ ਆ, ਲੈਫਟ ਹੈਂਡ ਸਾਈਡ 'ਚ ਕੀ ਆ x1 + 7x2। ਮੰਨ ਲਓ ਇਦਾਂ ਦੀ ਕੰਸਟ੍ਰੇਂਟ ਆ x1 + 7x2 ਲੈਸ ਦੈਨ ਇਕੁਅਲ ਟੂ 40। ਇਹਦਾ ਮਤਲਬ ਕੀ ਆ ਲੈਫਟ ਹੈਂਡ ਸਾਈਡ ਘੱਟ ਹੈ ਰਾਈਟ ਹੈਂਡ ਸਾਈਡ ਨਾਲੋਂ। ਲੈਫਟ ਹੈਂਡ ਸਾਈਡ 'ਚ ਕੁਝ ਅਮਾਊਂਟ ਘੱਟ ਹੈ। ਜੇ ਆਪਾਂ ਇਹਨੂੰ ਐਵੇਂ ਲਿਖ ਲਈਏ x1 + 7x2 + s1 = 40, ਇਹਦਾ ਮਤਲਬ ਜਿੰਨੀ ਕੁ ਅਮਾਊਂਟ ਘੱਟ ਸੀ ਉਹ ਆਪਾਂ ਨੇ ਐਡ ਕਰ ਲਈ। ਹੁਣ ਇਨਇਕੁਐਲਿਟੀ ਦੀ ਬਜਾਏ ਇਕੁਐਲਿਟੀ ਆ ਗਿਆ। ਤਾਂ ਇਹ ਉਹ ਵੇਰੀਏਬਲਸ ਨੇ ਜਿਹੜੇ ਆਪਣੇ ਕੰਸਟ੍ਰੇਂਟਸ ਨੂੰ ਇਨਇਕੁਏਸ਼ਨ ਤੋਂ ਇਕੁਏਸ਼ਨ ਦੇ ਵਿੱਚ ਲੈ ਕੇ ਆਉਣ ਦੇ ਵਿੱਚ ਹੈਲਪ ਕਰਨਗੇ। ਮੰਨ ਲਓ ਇਹ ਪਹਿਲੀ ਕੰਸਟ੍ਰੇਂਟ ਸੀਗੀ, ਦੂਜੀ ਕੀ ਹੈ, ਮੰਨ ਲਓ ਦੂਸਰੀ ਸੀਗੀ 3x1 - 4x2 > 30। ਇਹਦਾ ਮਤਲਬ ਕੀ ਆ, ਲੈਫਟ ਹੈਂਡ ਸਾਈਡ ਦੇ ਕੋਲੇ ਅਮਾਊਂਟ ਜ਼ਿਆਦਾ ਆ, ਲੈਫਟ ਹੈਂਡ ਸਾਈਡ ਦੇ ਕੋਲੇ ਅਮਾਊਂਟ ਜ਼ਿਆਦਾ ਆ, ਰਾਈਟ ਹੈਂਡ ਸਾਈਡ 'ਚ ਘੱਟ ਹੈ। ਤਾਂ ਲੈਫਟ ਹੈਂਡ ਸਾਈਡ ਕੋਲੇ ਅਮਾਊਂਟ ਜ਼ਿਆਦਾ ਆ ਨਾ, ਜਿੰਨੀ ਕੁ ਜ਼ਿਆਦਾ ਉਨੀ ਕੁ ਘਟਾ ਲਓ। ਆਪਾਂ ਕੀ ਲਿਖ ਲਾਂਗੇ 3x1 - 4x2 - s2 = 30 ਕਿ ਜਿੰਨੀ ਕੁ ਵੱਧ ਸੀ ਉਹ ਆਪਾਂ ਨੇ ਘਟਾ ਲਈ। ਤਾਂ ਇਹ ਉਹ ਵੇਰੀਏਬਲਸ ਨੇ x1 ਤੋਂ ਲੈ ਕੇ xn ਤੱਕ ਜਿਹੜੇ ਤੁਹਾਡੇ ਗਿਵਨ ਵੇਰੀਏਬਲ ਸੀਗੇ, ਡਿਸੀਜਨ ਵੇਰੀਏਬਲ ਸੀ ਜਿਹੜੇ ਮੇਨ ਸਟੇਟਮੈਂਟ 'ਚ ਆਪਾਂ ਨੇ ਮੰਨੇ ਹੋਏ ਸੀ। s1 ਤੋਂ ਲੈ ਕੇ sm ਤੱਕ ਕੁਝ ਕੁ ਉਹ ਵੇਰੀਏਬਲ ਸੀਗੇ ਜਿਹੜੀਆਂ ਇਕੁਏਸ਼ਨਸ ਦੇ m ਕੀ ਸੀਗੀਆਂ ਕੰਸਟ੍ਰੇਂਟ ਸੀ। ਜਿੰਨੀਆਂ ਕੰਸਟ੍ਰੇਂਟ ਸੀਗੀਆਂ ਉਨੇ ਤੁਸੀਂ ਪੁਆਇੰਟਸ ਮੰਨਣੇ ਆ ਜਿਹੜੇ ਆਪਣੇ ਕੰਸਟ੍ਰੇਂਟਸ ਨੂੰ ਇਕੁਏਸ਼ਨ ਦੇ ਵਿੱਚ ਲੈ ਕੇ ਆਉਣ ਦੇ ਵਿੱਚ ਹੈਲਪ ਕਰਨਗੇ। ਸੋ x1 ਤੋਂ ਲੈ ਕੇ xn ਤੱਕ ਕਿਹੜੇ ਸੀਗੇ ਡਿਸੀਜਨ ਵੇਰੀਏਬਲਸ। ਇਹਨਾਂ ਨੂੰ ਵੀ ਡਿਸੀਜਨ ਵੇਰੀਏਬਲਸ ਬੋਲਾਂਗੇ। ਇਹਨਾਂ ਨੂੰ ਵੈਸੇ ਐਕਚੁਅਲ ਦੇ ਵਿੱਚ ਕੁਝ ਹੋਰ ਕਹਿੰਦੇ ਹੁੰਦੇ ਆ, ਨॉन ਬੇਸਿਕ ਵੇਰੀਏਬਲਸ ਕਹਿ ਦਿੰਦੇ ਹੁੰਦੇ ਆ। x1 ਤੋਂ ਲੈ ਕੇ xn ਤੱਕ ਤਾਂ ਬੇਸਿਕ ਵੇਰੀਏਬਲ ਹੋ ਗਏ, s1 ਤੋਂ ਲੈ ਕੇ sn ਤੱਕ ਇਹ ਕਿਹੜੇ ਹੋ ਗਏ ਨॉन ਬੇਸਿਕ, ਇਹ ਕਿਹੜੇ ਹੋ ਗਏ ਆਪਣੇ ਕੋਲੇ ਬੇਸਿਕ ਵੇਰੀਏਬਲਸ। ਸੋ ਫਿਜ਼ੀਬਲ ਸੋਲੂਸ਼ਨ 'ਚ ਦੋਨੇ ਤਰ੍ਹਾਂ ਦੇ ਪੁਆਇੰਟ ਆਉਣਗੇ। ਫਿਜ਼ੀਬਲ ਸੋਲੂਸ਼ਨ ਦੇ ਵਿੱਚ ਬੇਸਿਕ ਵਾਲੇ ਵੀ ਹੋਣਗੇ, ਨॉन ਬੇਸਿਕ ਵਾਲੇ ਵੀ ਹੋਣਗੇ। ਤੀਜੇ ਨੰਬਰ ਤੇ ਆਉਂਦਾ ਫਿਜ਼ੀਬਲ ਰੀਜਨ ਦਾ ਕਲੈਕਸ਼ਨ ਆਫ ਆਲ ਦਾ ਫਿਜ਼ੀਬਲ ਸੋਲੂਸ਼ਨ ਇਜ਼ ਕਾਲਡ ਦਾ ਫਿਜ਼ੀਬਲ ਰੀਜਨ, ਜਾਂ ਤੁਸੀਂ ਕਹਿ ਸਕਦੇ ਹੋ ਦਾ ਕਲੈਕਸ਼ਨ ਆਫ ਆਲ ਦਾ ਕਾਮਨ ਏਰੀਆ ਫਰੋਮ ਗਿਵਨ ਕੰਸਟ੍ਰੇਂਟਸ, ਕਿ ਸਾਰੀਆਂ ਕੰਸਟ੍ਰੇਂਟਸ ਦਾ ਜਿਹੜਾ ਕਾਮਨ ਏਰੀਆ ਉਹਨੂੰ ਆਪਾਂ ਕੀ ਬੋਲਦੇ ਹਾਂ ਫਿਜ਼ੀਬਲ ਰੀਜਨ ਬੋਲਦੇ ਹਾਂ। ਚੌਥੇ ਨੰਬਰ ਤੇ ਆ ਗਿਆ ਬੇਸਿਕ ਸੋਲੂਸ਼ਨ। ਇਹ ਬੇਸਿਕ ਸੋਲੂਸ਼ਨ ਇਜ਼ ਟੂ ਅ ਸੈਟ ਆਫ ਕੰਸਟ੍ਰੇਂਟਸ obtained by setting n variables equal to the 0 and the solving for the remaining n variables provided by the determination of the coefficients of these m variables is non-zero, such as m variables called the basic variables and the remaining n zero valued variables are called the non-basic variables। ਤੁਸੀਂ ਇਸ ਚੀਜ਼ ਨੂੰ ਆਪਣੇ ਤਰੀਕੇ ਨਾਲ ਬਣਾ ਕੇ ਲਿਖ ਸਕਦੇ ਹੋ ਕਿ ਬੇਸਿਕ ਸੋਲੂਸ਼ਨ ਕਿਹੜਾ ਹੋ ਗਿਆ ਜਿਹਦੇ ਵਿੱਚ ਆਪਣੇ ਕੋਲੇ ਕਾਮਨ ਫਿਜ਼ੀਬਲ ਰੀਜਨ ਦੇ ਸਾਰੇ ਕਾਰਨਰ ਪੁਆਇੰਟਸ ਦੀ ਕਲੈਕਸ਼ਨ ਆ। ਸਾਰੇ ਕਾਰਨਰ ਪੁਆਇੰਟਸ ਦੀ ਕਲੈਕਸ਼ਨ ਦੇ ਵਿੱਚ ਬੇਸਿਕ ਵੇਰੀਏਬਲਸ ਵੀ ਹੋਣਗੇ ਅਤੇ ਨॉन ਬੇਸਿਕ ਵੇਰੀਏਬਲਸ ਵੀ ਹੋਣਗੇ। ਹਲੇ ਇਹ ਚੀਜ਼ਾਂ ਤੁਹਾਨੂੰ ਥੋੜੀਆਂ ਬਹੁਤੀਆਂ ਮੈਨੂੰ ਲੱਗਦਾ ਉੱਪਰ ਦੀ ਲੰਘਦੀਆਂ ਹੋਣਗੀਆਂ ਕਿਉਂਕਿ ਤੁਸੀਂ ਉਸ ਲਾਈਨ ਅਪ ਤੇ ਨਹੀਂ ਆਏ। ਮੇਰੇ ਮਾਈਂਡ ਦੇ ਵਿੱਚ ਐਗਜ਼ਾਮਪਲ ਸੈੱਟ ਹੈ ਜਿਹਨੂੰ ਸਾਹਮਣੇ ਰੱਖ ਕੇ ਮੈਂ ਤੁਹਾਨੂੰ ਪੜ੍ਹਾ ਰਿਹਾ, ਤੁਹਾਡੇ ਮਾਈਂਡ ਦੇ ਵਿੱਚ ਹਾਲੇ ਤੱਕ ਕੋਈ ਐਗਜ਼ਾਮਪਲ ਨਹੀਂ ਹੈ। ਇਸ ਲਈ ਮੈਂ ਕਹਿ ਰਿਹਾ ਸੀ ਕੋਈ ਇੱਕ ਐਗਜ਼ਾਮਪਲ ਕਰ ਲਓ, ਬਾਅਦ ਦੇ ਵਿੱਚ ਥਿਊਰੀ ਕਰੋ, ਤੁਹਾਨੂੰ ਜ਼ਿਆਦਾ ਕਲੀਅਰ ਹੋਊ। ਪੰਜਵੇਂ ਨੰਬਰ ਤੇ ਆ ਗਿਆ ਬੇਸਿਕ ਫਿਜ਼ੀਬਲ ਸੋਲੂਸ਼ਨ। ਇਹ ਬੇਸਿਕ ਫਿਜ਼ੀਬਲ ਸੋਲੂਸ਼ਨ ਇਜ਼ ਅ ਬੇਸਿਕ ਫਿਜ਼ੀਬਲ ਸੋਲੂਸ਼ਨ
which is also satisfies the non negativity restrictions। बेसिक फिजिबल सोल्यूशन दो टाइप के होंगे आ, अगे चल के आप पढ़ते हैं। सो बेसिक फिजिबल सोल्यूशन एक अजिहा फिजिबल सोल्यूशन आ जिहड़ा सारियां कंस्ट्रेंट्स नूं भी सैटिस्फाई करदा, ऑब्जेक्टिव फंक्शन नूं भी सैटिस्फाई करदा। non-degenerate basic solution, a non-degenerate basic feasible solution is the basic feasible solution which has exactly m positive x1 तो लेके xm तक basic decision variable सीगे। equivalently all m variables are positive and the remaining n variables will be zero। non degenerate ਦੇ ਵਿੱਚ ਕੀ ਆ ਜਾਂਦੇ ਨੇ ਕਿ ਜਿਹੜੇ non basic ਨੇ ਸਾਰੇ ਦੇ ਸਾਰੇ ਕੀ ਨੇਗੇ zero ਨੇ, ਸਿਰਫ ਅਤੇ ਸਿਰਫ basic solution ਹੀ ਆ ਰਹੇ ਨੇ, डिसीजन वेरीएबल्स ही आ रहे हैं। आप कोई एग्जाम्पल कर रहे हैं फिर वध क्लीयर होगा, मैनू पता। थोड़ा जिहा रह गया। नो डीजनरेट बेसिक सोल्यूशन, ए बेसिक सोल्यूशन इज कॉल्ड डीजनरेट इफ वन और मोर बेसिक वेरीएबल्स आर जीरो वैल्यूड। जदों सारे दे सारे नॉन जीरो होण डिसीजन वेरीएबल्स, जदों सारे दे सारे नॉन जीरो होण उदों की बोलांगे नॉन डीजनरेट। डीजनरेट बोलांगे जदों वन या मोर बेसिक वेरीएबल्स आर जीरो, जदों कुछ एक या एक तो ज़्यादा बेसिक वेरीएबल्स जीरो हो जाण उदों आपां बोलांगे डीजनरेट करदा। नॉन डीजनरेट कदों करदा जदों सारे दे सारे बेसिक डिसीजन वेरीएबल्स की नेगे नॉन जीरो ने। ऑप्टिमम बेसिक फिजिबल सोल्यूशन, ए बेसिक फिजिबल सोल्यूशन इज सेड टू बी ऑप्टिमम इफ इट आल्सो ऑप्टिमाइज। हो गया टाइम, बस 5-7 मिनट। ऑप्टिमम बेसिक फिजिबल सोल्यूशन इज द सोल्यूशन इज सेड टू बी ऑप्टिमम इफ इट आल्सो ऑप्टिमाइज। ऑप्टिमम का मतलब तो वही हो गया कि सारे क्रिटिकल पॉइंट्स दे विचों जिहड़ा सब तो वधिया सोल्यूशन दिंदा, मैक्सिमम दे केस दे विच सब तो वड्डा, मिनिमम दे केस दे विच सब तो छोटा ऑब्जेक्टिव फंक्शन। कॉर्नर पॉइंट्स किहड़े-किहड़े आ गए? इफ द फिजिबल रीजन ऑफ द पॉइंट्स ऑफ इंटरसैक्शन ऑन बाउंड्री लाइन्स इज कॉल्ड कॉर्नर पॉइंट्स। कि जिहड़ा कॉमन फिजिबल पॉइंट आ उहदी बाउंड्री दे उत्ते जिन्ने भी पॉइंट आ रहे हैं वो सारे के सारे पॉइंट्स किहड़े ने? कॉर्नर पॉइंट्स। तुसीं कॉर्नर पॉइंट्स कह सकते हो, इन्हां नूं क्रिटिकल पॉइंट भी कहा जा सकदा, क्रिटिकल पॉइंट्स। ठीक है। इनफिजिबल सोल्यूशन, इफ देयर इज नो सोल्यूशन सैटिस्फाइज ऑल द कंस्ट्रेंट। जदों कोई सोल्यूशन दे विच किसी LPP दे विच प्रॉब्लम दे विच तुहाडे कोले कॉमन फिजिबल एरिया ही नहीं आ रहा तो वह कंस्ट्रेंट्स नूं सैटिस्फाई नहीं करना। सो उसनूं आपां की बोलांगे? इनफिजिबल सोल्यूशन। अनबाउंडेड सोल्यूशन का पता ही लग गया हो तुहानूं। ए लीनियर प्रोग्रामिंग प्रॉब्लम इज सेड टू हैव अनबाउंडेड सोल्यूशन व्हेन द कॉमन फिजिबल रीजन इज नॉट बाउंडेड इन एनी रिस्पैक्ट। किसी भी रिस्पैक्ट दे विच बाउंडेड नहीं है, किसी एक अद्धी साइड तो बाउंडेड हो सकता। जिवें मान लो इदां दा एरिया आ, आ लाइन कह रही है ग्रेटर देन द एरिया देना, आ लाइन कह रही है आ उपर वाला एरिया आ गया, इसका पता नहीं कित्थे तक है। सो ये की हो गया? अनबाउंडेड फिजिबल सोल्यूशन। कॉमन तो आ रहा बट अनबाउंडेड है। रिडंडेंट कंस्ट्रेंट, इट इज वन दैट डज नॉट अफेक्ट द फिजिबल सोल्यूशन एरिया और फिजिबल रीजन। अजिही कंस्ट्रेंट, देखो आप कॉमन एरिया की लेने, हरेक कंस्ट्रेंट नूं सामने रख के फैसला लेने भी पहली कंस्ट्रेंट लैस दैन इक्वल टू द एरिया दे रही है या ग्रेटर दैन दे रही है, दूजी कंस्ट्रेंट ग्रेटर दैन इक्वल टू दे रही है या लैस दैन इक्वल टू दे रही है। जिहड़ी कंस्ट्रेंट कॉमन फिजिबल रीजन ते प्रभाव ही नहीं पाउंदी, ध्यान नाल समझो मैं की कह रहा, जिहड़ी कंस्ट्रेंट कॉमन फिजिबल रीजन ते कोई इफैक्ट नहीं पाउंदी ਉਹਨੂੰ ਤੁਸੀਂ ਵਿੱਚ शामिल कर लो ਤਾਂ भी आंसर ਉਹੀ ਰਹੂਗਾ, ਉਹਨੂੰ ਵਿੱਚ शामिल ना करो ਤਾਂ भी आंसर ਉਹੀ ਰਹੂਗਾ। उस कंस्ट्रेंट ਨੂੰ ਆਪਾਂ रिडंडेंट कंस्ट्रेंट बोलते हैं। सो ग्राफ्स में भी रिप्रजेंटेड इन टू फॉर्म्स, एक तो कॉर्नर मैथड आ गया, एक आइसो प्रॉफिट या आइसो कॉस्ट मैथड आ गया। ज़्यादातर आप कॉर्नर मैथड नाल ही सॉल्व करांगे। एक छोटी जी एग्जाम्पल करके आप अज का लैक्चर क्लोज करते हैं, कल तो आप इहदियां एग्जाम्पल्स करनियां स्टार्ट करांगे। हुण नैक्सट क्लास का टाइम हो रहा, जिवें मान लो आ सॉल्व करने के लिए आ गया, सॉल्व द फॉलोइंग LPP बाय रिस्पैक्ट सर्च अप्रोच मैथड। सर्च इन्हां दे ना नाम लिख लिओ जदों चैप्टर शुरू होंदा कि जिहड़ा ग्राफिकल मैथड आ उहनूं आपां सर्च अप्रोच मैथड भी कहने आ। किते तुसीं चंगे तरीके नाल तैयारी भी करके जाओ, पढ़ के भी जाओ, तुहानूं सारा काम आउंदा भी होवे पर तुहानूं कोई अजिहा उहदा नाम ही नहीं पता भी इहदा होर नाम की है। ग्राफिकल मैथड नूं आपां सर्च अप्रोच मैथड भी कहने आ।
पेपर 'ਚ ਤੁਸੀਂ ਬੈਠੇ ਸੋਚੀ ਜਾਓਗੇ ਆ ਤਾਂ ਸਾਨੂੰ ਪੜ੍ਹਾਇਆ ਹੀ ਨਹੀਂ ਹੈਗਾ, ਆਊਟ ਆਫ ਸਿਲੇਬਸ ਆ ਗਿਆ। ਸੋ ਜਿੱਥੇ ਚੈਪਟਰ ਸ਼ੁਰੂਆਤ ਹੁੰਦਾ ਉੱਥੇ ਲਿਖ ਦਿਓ ਕਿ ਗ੍ਰਾਫਿਕਲ ਮੈਥਡ ਨੂੰ ਹੋਰ ਕੀ ਕਿਹਾ ਜਾਂਦਾ, ਸਰਚ ਅਪਰੋਚ ਮੈਥਡ। ਹੋਰ ਐਗਜ਼ਾਮਪਲ ਦੇ ਵਿੱਚ ਇਹਨੂੰ ਕੁਝ ਹੋਰ ਵੀ ਕਿਹਾ ਜਾ ਸਕਦਾ, ਹੋ ਸਕਦਾ ਇਹਦੇ 2-3 ਨਾਮ ਆ ਜਾਣ। ਸੋ ਇਹ ਦੇਖੋ ਧਿਆਨ ਨਾਲ, ਆਪਣੇ ਕੋਲੇ ਕੀ ਆ, ਮੈਕਸਿਮਮ ਜ਼ੈਡ ਦਿਸ ਇਹ ਕੀ ਹੋ ਗਿਆ ਆਪਣਾ ਆਬਜੈਕਟਿਵ ਫੰਕਸ਼ਨ। ਇਹਦੀ ਲੋੜ ਤਾਂ ਆਪਾਂ ਨੂੰ ਐਂਡ ਤੇ ਪਊਗੀ ਜਾ ਕੇ, ਜਦੋਂ ਕਾਰਨਰ ਪੁਆਇੰਟਸ ਕ੍ਰਿਟੀਕਲ ਪੁਆਇੰਟਸ ਪਤਾ ਲੱਗ ਗਏ। ਆ ਆਪਣੇ ਕੋਲੇ 2 ਕੰਸਟ੍ਰੇਂਟਸ ਆ ਰਹੀਆਂ ਨੇ, 3 ਕੰਸਟ੍ਰੇਂਟਸ ਆ ਰਹੀਆਂ ਨੇ, x1 + 2x2 ≤ 200, x1 + x2 ≤ 150, x2 ≤ 60। ਆ 3 ਕੰਸਟ੍ਰੇਂਟਸ ਆ ਗਈਆਂ। ਸੋ ਸਭ ਤੋਂ ਪਹਿਲਾ ਸਟੈਪ ਕੀ ਸੀਗਾ ਵੀ, ਸਾਰੀਆਂ ਕੰਸਟ੍ਰੇਂਟ ਨੂੰ ਇਕੁਅਲ ਮੰਨ ਲਓ। ਪਹਿਲੀ ਕੰਸਟ੍ਰੇਂਟ ਨੂੰ ਇਕੁਅਲ ਮੰਨ ਲਿਆ, x1 + 2x2 = 200, x1 + x2 2x2 = 200। ਇਹ ਕਿਹੜੀ ਸੀ, <= ਦੀ ਸੀ। ਹੁਣ ਇਹਦੇ ਵਿੱਚ ਆਪਾਂ ਨੇ ਕੀ ਕੰਮ ਕਰਨਾ, 10th ਕਲਾਸ ਦੀ ਗੱਲ ਕਰੋ, x1 ਨੂੰ 0 ਭਰ ਕੇ ਦੇਖੋ x2 ਦੀ ਵੈਲਿਊ ਕਿੰਨੀ ਆਉਂਦੀ ਆ। ਜਦੋਂ x1 ਨੂੰ 0 ਭਰਿਆ, x2 ਦੀ ਵੈਲਿਊ 100 ਰਹਿ ਗਈ, ਤਾਂ ਇਹਦਾ ਪਹਿਲਾ ਪੁਆਇੰਟ ਕਿਹੜਾ ਆ ਗਿਆ, ਆ ਪੁਆਇੰਟ ਕਿਹੜਾ ਦੇ ਰਿਹਾ, ਇਹਦਾ ਪਹਿਲਾ ਪੁਆਇੰਟ ਕਿਹੜਾ ਆ ਗਿਆ, 0 ਤੇ 100। ਜਦੋਂ ਆਪਾਂ x2 ਨੂੰ 0 ਭਰਾਂਗੇ ਤਾਂ x1 ਦੀ ਵੈਲਿਊ ਕਿੰਨੀ ਆ ਜਾਊਗੀ, ਇਹਦੇ ਵਿੱਚ x ਨੂੰ 0 ਭਰ ਕੇ 200। ਤਾਂ ਇਹਦੇ ਆ 2 ਪੁਆਇੰਟ ਆ ਗਏ, ਤਾਂ ਆਪਾਂ ਡਰਾ ਕਰ ਲਿਆ। ਆਹ ਪੁਆਇੰਟ ਆ ਗਿਆ ਆਪਣੇ ਕੋਲੇ 0 ਅਤੇ 100, ਆਹ ਪੁਆਇੰਟ ਆ ਗਿਆ ਆਪਣੇ ਕੋਲੇ 200 ਅਤੇ 0। ਆਹ ਲਾਈਨ ਡਰਾ ਕਰ ਲਈ। ਹੁਣ ਇਹ <= ਕਹਿ ਰਹੀ ਸੀ, ਇਹ ਤੋਂ ਹੇਠਾਂ ਵਾਲਾ ਏਰੀਆ ਡਰਾ ਕਰ ਲਿਆ, ਕਰਕੇ ਰੱਖ ਲਓ, ਇਹਨੂੰ ਪੈਂਡਿੰਗ ਰੱਖ ਲਓ। ਹੁਣ ਗੱਲ ਕਰਦੇ ਹਾਂ ਦੂਸਰੀ ਕੰਸਟ੍ਰੇਂਟ ਦੀ। ਦੂਸਰੀ ਕੰਸਟ੍ਰੇਂਟ ਕਿਹੜੀ ਸੀ ਆਪਣੇ ਕੋਲੇ, ਜਿਹਦੇ ਵਿੱਚ ਸੀਗਾ, ਮੈਂ ਸਟੇਟਮੈਂਟ ਚੋਂ ਚੱਕ ਲਾਂ। ਦੂਸਰੀ ਕੰਸਟ੍ਰੇਂਟ ਸੀਗੀ ਆਪਣੇ ਕੋਲੇ x1 + x2 <= ਜਾਂ ਆਪਾਂ ਗੱਲ ਕਰਾਂਗੇ, ਚਲੋ <= ਹੀ ਪਾ ਲੈਂਦੇ ਆ, <= ਕੀ ਸੀਗਾ, 150। ਇਹਦੇ ਵਿੱਚ ਜਦੋਂ ਆਪਾਂ x1 ਨੂੰ 0 ਭਰਾਂਗੇ ਤਾਂ x2 ਦੀ ਵੈਲਿਊ ਕਿੰਨੀ ਆ ਜਾਊਗੀ, 150। ਜਦੋਂ ਆਪਾਂ x2 ਨੂੰ 0 ਭਰਾਂਗੇ ਤਾਂ x1 ਦੀ ਵੈਲਿਊ ਕਿੰਨੀ ਆ ਜਾਊਗੀ, 150। ਤੀਜੀ ਕੰਸਟ੍ਰੇਂਟ ਸੀਗੀ x2 <= 60। ਇਹਦੇ ਵਿੱਚ ਜਦੋਂ ਆਪਾਂ x1 ਨੂੰ 0 ਭਰਾਂਗੇ ਤਾਂ x2 ਦੀ ਵੈਲਿਊ ਕਿੰਨੀ ਆ ਜਾਊਗੀ, 60 ਆ ਜਾਊਗੀ। ਤਾਂ ਹੁਣ ਆਪਾਂ ਨੇ ਕੀ ਕੰਮ ਕਰਨਾ, ਹੁਣ ਕਾਮਨ ਏਰੀਆ ਡਰਾ ਕਰਦੇ ਆ। ਦੇਖੋ ਦੂਜੀ ਲਾਈਨ ਸੀ ਜਿਹੜੀ, ਦੂਸਰੀ ਲਾਈਨ ਦੇ ਵਿੱਚ ਕਿਹੜਾ ਪੁਆਇੰਟ ਆਇਆ ਸੀ, ਆ ਸੀਗਾ 150 ਅਤੇ 0, ਆ ਸੀਗਾ 0 ਅਤੇ 150। ਇਹ ਵੀ <= ਦਾ ਏਰੀਆ ਦੇ ਰਹੀ ਸੀ। ਦੂਜਾ ਗ੍ਰਾਫ ਇਹਦਾ ਬਣ ਗਿਆ। ਤੀਜਾ ਗ੍ਰਾਫ ਕਿਹਦਾ ਬਣਾਇਆ, ਜਿਹੜੀ ਲਾਈਨ ਸੀਗੀ ਆਪਣੀ ਆਹ ਵਾਲੀ, x2 <= 60, x2 <= 60, x2 ਦੀ ਵੈਲਿਊ ਕਿੰਨੀ ਆਈ ਸੀ, 0 ਤੇ 60। ਸੋ 0 ਤੇ 60 ਵਾਲਾ ਪੁਆਇੰਟ ਹੋ ਗਿਆ ਇਹ। ਇਸ ਸਾਰੀ ਸਟ੍ਰੇਟ ਲਾਈਨ ਤੋਂ ਹੇਠਾਂ ਵਾਲਾ ਪੁਆਇੰਟ ਲੈਣਾ ਆਪਾਂ ਨੇ। ਆਪਾਂ ਸਾਰਾ ਕੰਮਕਾਰ ਪੋਜ਼ਿਟਿਵ ਕੁਆਡਰੈਂਟ ਦੇ ਵਿੱਚ ਦੇਖ ਰਹੇ ਹਾਂ। ਇਹ ਵੀ ਕਿਉਂ ਦੇਖ ਰਹੇ ਹਾਂ, ਮੇਨ ਸਟੇਟਮੈਂਟ 'ਚ ਆਪਾਂ ਨੂੰ ਦੱਸਿਆ ਗਿਆ। ਪਹਿਲਾਂ ਤਾਂ ਮੇਨ ਸਟੇਟਮੈਂਟ ਦੇਖ ਲਓ। ਮੇਨ ਸਟੇਟਮੈਂਟ 'ਚ ਆਪਾਂ ਨੂੰ ਆਹ ਚੀਜ਼ ਦਿੱਤੀ ਗਈ ਹੈ, ਇਹਦਾ ਮਤਲਬ ਕੀ ਆ, ਆਪਾਂ ਨੇ ਫਸਟ ਕੁਆਡਰੈਂਟ 'ਚ ਰਹਿਣਾ। ਹੁਣ ਮੈਂ ਇੱਥੇ ਹੀ ਡਰਾ ਕਰ ਦੇਣਾ। ਮੰਨ ਲਓ ਆਪਣੇ ਕੋਲੇ ਕੀ ਹੈ, ਪਹਿਲੀ ਲਾਈਨ ਕਿਹੜੀ ਸੀ, ਪਹਿਲੀ ਗੱਲ ਤਾਂ ਪੁਆਇੰਟ ਦੇਖ ਲਓ ਕਿੰਨੇ ਕਿੰਨੇ ਆ ਰਹੇ ਨੇ, ਵੱਧ ਤੋਂ ਵੱਧ 200 ਤੱਕ ਦੇ ਆ ਰਹੇ ਨੇ। ਤਾਂ ਇਹਨੂੰ ਲਾਓ 50, ਇਹਨੂੰ ਲਾਓ 100, ਇਹਨੂੰ ਲਾਓ 150, ਇਹਨੂੰ ਲਾਓ 200। ਇਹ ਕਿਹੜਾ ਆ ਗਿਆ ਆਪਣੇ ਕੋਲੇ, x ਐਕਸਿਸ। ਇਹ ਕਿਹੜੀ ਹੋ ਗਈ, y ਐਕਸਿਸ। ਇਹਨੂੰ ਲਾਓ 50, ਇੱਥੇ ਕਿ ਜੇ 100, ਇੱਥੇ ਕਿ ਜੇ 150, ਇੱਥੇ ਕਿ ਜੇ 200। ਇਹ ਤੁਸੀਂ ਸੈਟਲਮੈਂਟ ਆਪ ਕਰ ਲੈਣੀ ਆਪਣੇ ਅਕੋਰਡਿੰਗ। ਜੇ 20-30 ਤੱਕ ਦੇ ਪੁਆਇੰਟ ਆ ਰਹੇ ਨੇ ਮੈਕਸਿਮਮ, ਤਾਂ 5-5 ਦੇ ਫਰਕ ਨਾਲ ਰੱਖ ਲਓ। ਜੇ ਮੰਨ ਲਓ ਹਜ਼ਾਰਾਂ ਚ ਆ ਰਹੇ ਨੇ ਤਾਂ 100-100 200-200 ਦੇ ਫਰਕ ਨਾਲ ਰੱਖ ਲਓ। ਇੰਨਾ ਕੁ ਤਾਂ ਕਰਨਾ ਆਉਂਦਾ ਨਾ ਤੁਹਾਨੂੰ। ਹੁਣ ਪਹਿਲੀ ਲਾਈਨ ਕਿਹੜੀ ਸੀਗੀ, 0 ਤੇ 100 ਦੇ ਵਿੱਚੋਂ ਦੀ ਲੰਘਦੀ ਸੀ, 200 ਤੇ 0 ਦੇ, 0 ਤੇ 100 ਤੇ ਇੱਕ ਆਹ ਪੁਆਇੰਟ ਸੀਗਾ, ਇੱਕ 200 ਤੇ 0 ਤੇ ਆਹ ਪੁਆਇੰਟ ਸੀਗਾ। ਸੋ ਆਹ ਪਹਿਲੀ ਲਾਈਨ ਆਪਣੀ, ਠੀਕ ਹੈ। ਇਹ ਕਿਹੜੀ ਸੀਗੀ, ਮੈਂ ਇੱਥੇ ਕਿ ਜੇ ਲਿਖ ਲੈਣਾ, ਇਹ ਸੀਗੀ ਆਪਣੇ ਕੋਲੇ x1 + 2x2 <= 200। ਇਹ <= ਦੀ ਸੀ। ਦੂਜੀ ਲਾਈਨ ਕਿਹੜੀ ਸੀ, 0 150 ਤੇ 150 0। ਸੋ 0 150 ਆ ਸੀਗਾ, 150 0 ਆ ਸੀਗਾ, ਇਹਨਾਂ ਦੋਨਾਂ ਨੂੰ ਮਿਲਾ ਲਓ। ਇਹ ਲਾਈਨ ਕਿਹੜੀ ਸੀਗੀ, x1 + x2 <= 150। ਤੀਜੀ ਲਾਈਨ ਕਿਹੜੀ ਸੀਗੀ, x2 <= 60। ਸੋ 60 ਦਾ ਪੁਆਇੰਟ ਇੱਥੇ ਕਿ ਜੇ ਹੋਊਗਾ ਤਾਂ ਇੱਥੋਂ ਦੀ ਲਾਈਨ ਜਾਂਦੀ ਹੈ ਇਹ, ਠੀਕ ਹੈ। ਹੁਣ ਆਹ ਵਾਲਾ ਕਾਮਨ ਫਿਜ਼ੀਬਲ ਰੀਜਨ ਆ ਗਿਆ। ਇਹਦੇ ਕਾਰਨਰ ਪੁਆਇੰਟ ਕਿਹੜੇ ਕਿਹੜੇ ਆ ਗਏ, ਇੱਕ ਆਹ ਕਾਰਨਰ ਪੁਆਇੰਟ ਆ ਗਿਆ 0 0,
एक आ कॉर्नर पॉइंट आ गया, ये किहड़ा सीगा 0 ਅਤੇ 60। एक आ गया पॉइंट कॉर्नर पॉइंट, ये किहड़ा आ नहीं 150 ਅਤੇ 0। एक आ कॉर्नर पॉइंट, ये किहड़ा कॉर्नर पॉइंट आ हुण दोनों लाइनों की इंटरसैक्शन, पहली लाइन और दूजी लाइन की इंटरसैक्शन, इन्होंने दोनों की इंटरसैक्शन करनी पू अपन क्योंकि दोनों मिलदियां ने ना इत्थे। तो दोनों लाइनां किहड़ियां हो गई x1 + 2x2 इक्वल टू कितना मन्निया सी 200 ਅਤੇ x1 + x2 कितना मन्निया सी दिता होया सी 150। ये चेंज कर दो साइन, आ तां कैंसल हो गया, इत्थों कितनी वैल्यू रह जूगी x2 इक्वल टू इत्थों कितना रह गया 50। सो 50 ਨੂੰ इधर भर दईए, जे इत्थे 50 भर दईए तो x1 की वैल्यू उधरों रह जूगी 100। तो कॉमन पॉइंट किहड़ा आ गया P कॉमन पॉइंट आ गया 100 ਅਤੇ 50, यही आ गया। सो आ पॉइंट किहड़ा आ गया 100 ਅਤੇ 50 ਦਾ। आ कॉर्नर पॉइंट किहड़ा होगा, इत्थे x2 की वैल्यू कितनी है 60 है, x2 की वैल्यू है 60, किहड़ी लाइन च भर दो ਇਹਦੇ ਵਿੱਚ ਜਦੋਂ ਆਪਾਂ x2 ਨੂੰ 60 ਭਰਾਂਗੇ ਕਿੰਨਾ ਆ ਜਾਊਗਾ when x2 = 60 ਤਾਂ ਇੱਥੇ ਆ ਜਾਊਗਾ x1 + 62 120 = 200। ਤਾਂ x1 ਦੀ ਵੈਲਿਊ ਕਿੰਨੀ ਰਹਿ ਜੂਗੀ 120 ਉਧਰ ਜਾ ਕੇ ਘਟ ਗਿਆ 80। ਤਾਂ 80 ਅਤੇ 60 ਪੁਆਇੰਟ ਰਹਿ ਗਿਆ। ਆ ਕਿਹੜਾ ਪੁਆਇੰਟ ਆ ਗਿਆ 80 ਅਤੇ 60 ਦਾ, ठीक है। जे आ पॉइंट कढ़ना आ भी कढ़ सकते आप। ये पॉइंट किहड़ा आ जो x2 की वैल्यू when x2 कितना आ 60 है, किहड़ी लाइन दे विच भरांगे हुण आपां आ वाली लाइन दे विच x1 + x2 x1 + 60 = 150। तो x1 की वैल्यू कितनी रह जूगी 60 उधर घट के 90। तो ये कॉमन पॉइंट किहड़ा रह गया अपने कोले 90 ਅਤੇ 60। आ कॉमन पॉइंट किहड़ा रह गया 90 ਅਤੇ 60। तो सारे कॉर्नर पॉइंट आ गए अपने कोले, कॉमन फिजिबल रीजन दे सारे कॉर्नर पॉइंट आ गए ना। किसी को इत्थे तक कन्फ्यूजन हो, समझ लग गया। हुण सारे जिहड़े कॉर्नर पॉइंट्स ने इन्हां सारे कॉर्नर पॉइंट्स नूं आपां ने की करांगे पहलां तां इहने एक डायग्राम दे विच मर्ज कर लिया। देखो एक डायग्राम बन गई अपनी, आपां ने भी इत्थे बनाई आ, ठीक है, इन्हां ने भी इत्थे ड्रॉ कीती हुई आ। तां मैं रब कर देना हुण इधरों। सो एक डायग्राम बना ली, ये सारे कॉमन पॉइंट नोट कर देना। इतने बड़ी पिक्चर च मैं नोट कर देना आ की सीगा 0 0, आ किहड़ा पॉइंट सीगा अपने कोले 0 ਅਤੇ 60, आ पॉइंट सीगा अपने कोले 150 ਅਤੇ 0, आ किहड़ा पॉइंट सीगा बई C पॉइंट आ कढ़िया सी आपां ने 100 ਅਤੇ 50 ਦਾ, 100 ਅਤੇ 50 ਦਾ। आ जिहड़ा कॉमन पॉइंट सी किहड़ा कढ़िया सीगा ਜਦੋਂ 60 ਅਤੇ आ 100 वाली लाइन मैच कर दी है, 80 ਅਤੇ 60 ਦਾ, 80 ਅਤੇ 60 ਦਾ। लो जी ਇਹਦੀ ਤਾਂ ਲੋੜ ਹੀ ਨਹੀਂ ਸੀ, मैं ਤਾਂ वैसे ही पता कर लिया ਸੀ, ਇਹਦੀ ਲੋੜ नहीं सी। आ गया ਤੁਹਾਡਾ, ਇਹਦੇ ਨਾਲ ਤੁਸੀਂ ਸ਼ਬਦ ਬਾਉਂਡਡ ਲਿਖ ਸਕਦੇ ਹੋ, ਬਾਉਂਡਡ ਫਿਜ਼ੀਬਲ ਸੋਲੂਸ਼ਨ ਜਾਂ ਰੀਜਨ। ਹੁਣ ਇਹ ਤੋਂ ਬਾਅਦ ਆਪਾਂ ਨੇ ਕੀ ਕਰਨਾ 1 2 3 4 5 ਆ 5 ਪੁਆਇੰਟ ਨੇ ਆਪਣੇ ਕੋਲੇ। ਇਹਨਾਂ ਪੰਜੋਂ ਪੁਆਇੰਟਸ ਨੂੰ ਆਪਾਂ ਨੇ ਕਿਹਦੇ ਚ ਭਰਨਾ ऑब्जेक्टिव फंक्शन जिहड़ा हाल तक यूज नहीं सी कीता। तो लो जी ये जिहड़े 5 पॉइंट्स ने इन्हां पंजों पॉइंट्स नूं आपां भरदे हां ऑब्जेक्टिव फंक्शन दे विच। आ लो जी 1 2 3 4 5 सारे भर लए। अपनी प्रॉब्लम सी कि मैक्सीमम दी ना, मैक्सीमम दी है प्रॉब्लम। तो देखो आंसर 600 1080 1100 900 इस सब तो वध सोल्यूशन इहदे ते आ रहा 1100। जे मिनिमम की प्रॉब्लम होंदी तां आपां इहनूं आंसर दिंदे। सो ऑप्टिमल सोल्यूशन सी पॉइंट ने ऑप्टिमल सोल्यूशन दिता, मैक्सिमम वैल्यू दी है, x1 की वैल्यू इन्नी है, x2 की इन्नी है, और सोल्यूशन कितना आ रहा सोल्यूशन आ रहा 1100। बस आंसर ਇਹਦੇ ਨਾਲ ਦਾ ਕੰਮ ਆ ਜਿਹੜਾ ਤੁਸੀਂ ਅੱਜ ਮੇਨਲੀ ਹੋਮਵਰਕ ਦੇ ਵਿੱਚ ਕਰਨਾ ਆ। ਮੈਕਸਿਮਮ ਐਗਜ਼ਾਮਪਲਸ ਟਰਾਈ ਕਰੋ। ਕੱਲ ਆਪਾਂ ਇਹਨੂੰ ਹੋਰ ਅੱਗੇ ਦੇ ਜਿਹੜੀਆਂ ਟਾਈਪਸ ਬਣਦੀਆਂ ਨੇ, ਕੇਸ ਬਣਦੇ ਨੇ, ਉਹ ਡਿਸਕਸ ਕਰਾਂਗੇ। ਫਿਰ ਮੰਨ ਕਰ